ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਲਾਗੇ ਉਠ ਨਾਮ ਜਪ, ਨਿਸਬਾ ਸੁਰ ਆਰਾਧ। ਕਾਰਾ ਤੁਝੈ ਨਾਮ ਵਿਆਪਈ, ਨਾਨਕ ਮਿਟੈ ਉਪਾਦ। ਨਾਉ ਪ੍ਰਭਾਤੇ ਸ਼ਬਦ ਧਿਆਈਐ, ਛੋਡਹੁ ਦੁਨੀ ਪਰੀਤਾ। ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਅਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਹਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਣੀ RAM ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਮ ਫੰਦ। ਪ੍ਰਾਣੀ RAM ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ, ਪਰਤ ਤਾਹੇ ਜਮ ਫੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦੀਆਂ ਘੜੀਆਂ ਦਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਹਿੰਦ ਦੀ ਚਾਦਰ ਸਤਿਗੁਰੂ ਜੀ, ਧਰਮ ਰੱਖਿਅਕ ਸੱਚੇ ਪਾਤਸ਼ਾਹ,
ਗਰੀਬ ਨਵਾਜ ਜੀ ਦਾ ਕੱਲ੍ਹ ਦੇ ਦਿਨ ਸ਼ਹੀਦੀ ਗੁਰਪੁਰਬ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਲਕ ਤੇ ਜੰਝੂ ਦੀ ਖਾਤਰ ਮਹਾਰਾਜ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ ਹੈ। ਹਜ਼ੂਰ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਮਹਾਰਾਜ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਮਹਾਰਾਜ ਜੀ ਨੇ ਜੋ ਦਿੱਲੀ ਦੇ ਕਾਰਾਗ੍ਰਹਿ ਦੇ ਵਿੱਚ ਬੈਰਾਗਮਈ ਸ਼ਲੋਕ ਉਚਾਰਨ ਕੀਤੇ ਹੈ। 30 ਸ਼ਲੋਕਾਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਅੱਗੇ 31ਵਾਂ ਸ਼ਲੋਕ ਆਰੰਭ ਹੋ ਰਿਹਾ ਹੈ। ਆਓ ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤਮਈ ਬੈਰਾਗਮਈ ਉਪਦੇਸ਼ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਸੁਣਨ ਨਾਲ ਜਿਵੇਂ ਮੱਖੀਆਂ ਇਕੱਠੀਆਂ ਬੈਠ ਕੇ ਮਿੱਠਾ ਸ਼ਹਿਦ ਪੈਦਾ ਕਰ ਦਿੰਦੀਆਂ ਤੇ ਇਕੱਲੀ ਮੱਖੀ ਡੰਗ ਮਾਰਨ ਕਰਕੇ ਦੁਖਦਾਈ ਹੁੰਦੀ ਹੈ, ਇਵੇਂ ਸੁਭਾਵਾਂ ਕਰਕੇ ਕੁੜੱਤਣ ਹੁੰਦੀ ਹੈ। ਮਹਾਰਾਜ ਦੀ ਬਾਣੀ ਨਾਲ ਸਤਿਗੁਰੂ ਦੀ ਪਵਿੱਤਰ ਕਥਾ ਸੁਣਨ ਨਾਲ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਨ ਨਾਲ ਅੰਦਰ ਨਾਮ ਰਸ ਦੀ ਮਿਠਾਸ, ਆਤਮਿਕ ਆਨੰਦ ਦਾ ਸੁੱਖ ਇਹ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਜੀ ਕੌੜਾ ਸੁਭਾਅ ਵੀ ਬਦਲ ਦਿੰਦੇ ਹੈ। ਮਹਾਰਾਜ ਮਿਹਰ ਕਰਦੇ ਆ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਨਾਲ ਜਿੰਨਾ ਮਨ ਬਾਣੀ ਸਰੀਰ ਕਰਕੇ ਜੁੜੇ, ਸਤਿਗੁਰੂ ਜੀ ਮਨ ਬਾਣੀ ਸਰੀਰ ਕਰਕੇ ਹੀ ਉਸ ਨੂੰ ਸੰਸਾਰ ਤੋਂ ਸੱਚੇ ਪਾਤਸ਼ਾਹ ਜੀ ਉਥਾਨ ਕਰਕੇ ਸੰਸਾਰ ਨਾਲੋਂ ਸੁਰਤ ਨੂੰ ਤੋੜ ਕਰਕੇ ਵਾਹਿਗੁਰੂ ਦੇ ਨਾਲ ਮਹਾਰਾਜ ਜੋੜ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਣੀ RAM ਨਾ ਚੇਤਈ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ 31ਵੇਂ ਸ਼ਲੋਕ ਦੇ ਅੰਦਰ ਫਰਮਾਉਂਦੇ ਹੈ, ਇਹ ਪ੍ਰਾਣਾ ਧਾਰੀ ਜੀਵ, ਤੂੰ ਰਮੇ ਹੋਏ ਰਾਮ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਸੱਚੇ ਪਾਤਸ਼ਾਹ ਇਹ ਜੀਵ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ? ਤਾਂ ਸਤਿਗੁਰੂ ਜੀ ਕਹਿੰਦੇ ਆ ਕਿ ਕਿਉਂ ਵਾਹਿਗੁਰੂ ਦਾ ਨਾਮ ਮੈਨੂੰ ਭੁੱਲਿਆ ਏ। ਮਦ ਮਾਇਆ ਕਹਿ ਅੰਧ। ਕਿਉਂਕਿ ਮਾਇਆ ਦੇ ਮਦ ਨਸ਼ੇ ਦੇ ਵਿੱਚ ਇਹ ਅੰਨਾ ਹੋ ਗਿਆ ਹੈ। ਇਸ ਕਰਕੇ ਇਹ ਪ੍ਰਾਣਾ ਧਾਰੀ ਜੀਵ, ਤੂੰ ਵਾਹਿਗੁਰੂ ਦੇ ਨਾਮ ਨੂੰ ਨਹੀਂ ਚੇਤੇ ਕਰਦਾ। ਵਾਹਿਗੁਰੂ ਦੇ ਭਜਨ ਵਿੱਚ ਇਹਦਾ ਚਿੱਤ ਨਹੀਂ ਜੁੜਦਾ, ਕਿਉਂਕਿ ਮਦ ਮਾਇਆ ਕੈ ਅੰਧ। ਮਾਇਆ ਦੀ ਇਹਨੇ ਮਦ ਸ਼ਰਾਬ ਪੀ ਲਈ ਹੈ, ਜਿਸ ਕਰਕੇ ਇਹ ਮਨ ਕਰਕੇ ਵੀ ਅੰਨਾ ਹੋ ਗਿਆ ਅਤੇ ਬੁੱਧ ਕਰਕੇ ਵੀ ਅੰਨਾ ਹੋ ਗਿਆ। ਇਹਦੇ ਦੋਵੇਂ ਨੇਤਰ ਹੀ ਨਹੀਂ ਰਹੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਸੁੱਝਦਾ ਨਹੀਂ ਕਿ ਮੈਂ ਇੱਕ ਦਿਨ ਸੰਸਾਰ ਨੂੰ ਛੱਡ ਕੇ ਜਾਣਾ। ਭਜਨ ਨਹੀਂ ਕਰਦਾ, ਮਾਇਆ ਦੀਆਂ ਖਿਲਬਲੀਆਂ ਦੇ ਵਿੱਚ ਲੱਗਾ ਰਹਿੰਦਾ ਏ। ਕਹੋ ਨਾਨਕ ਹਰ ਭਜਨ ਬਿਨ।
ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਕਿ ਫਿਰ ਨਾਮ ਜਪੇ ਤੋਂ ਬਿਨਾ, ਵਾਹਿਗੁਰੂ ਦਾ ਭਜਨ ਕੀਤੇ ਤੋਂ ਬਿਨਾ ਪਰਤ ਤਾਹੇ ਜਮ ਫੰਦ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਮਾਂ ਦੀ ਫਾਹੀ ਗਲ ਪੈ ਜਾਂਦੀ ਹੈ। ਜੋ ਨਰਕਾਂ ਦੀਆਂ ਸਜ਼ਾਵਾਂ ਨੇ ਵਾਹਿਗੁਰੂ ਦੇ ਭਜਨ ਤੋਂ ਬਿਨਾ ਉਹ ਜੀਵ ਨੂੰ ਸਹਿਣੀਆਂ ਪੈਂਦੀਆਂ ਨੇ। ਜਮਾਂ ਦਾ ਮੌਤ ਦਾ ਫਾਹਾ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗਲ ਵਿੱਚ ਪੈਂਦਾ ਹੈ। ਜਮ ਅੰਤ ਦੇ ਸਮੇਂ ਜੀਵ ਨੂੰ ਫਿਰ ਬੜੇ ਕਸ਼ਟ ਦਿੰਦੇ ਹੈ, ਬਹੁਤ ਦੁੱਖ ਦਿੰਦੇ ਹੈ। ਵਾਹਿਗੁਰੂ ਦੇ ਭਜਨ ਤੋਂ ਬਿਨਾ ਮਹਾਰਾਜ ਕਹਿੰਦੇ ਜਮਾਂ ਦਾ ਫਾਹਾ ਬੰਧਨ ਜਿਹੜਾ ਉਹ ਗਲ ਵਿੱਚ ਪੈ ਜਾਂਦਾ ਏ। ਸੁਖ ਮੈਂ ਬਹੁ ਸੰਗੀ ਭਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਹੈ, ਫਿਰ ਪੜੋ ਪੰਕਤੀ। ਸੁਖ ਮੈਂ ਬਹੁ ਸੰਗੀ ਭਏ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਸੁਖ ਮੈਂ ਬਹੁਤ ਸੰਗੀ ਭਏ। ਸੁਖ ਦੇ ਵਿੱਚ ਬਹੁਤ ਆ ਕਰਕੇ ਮਹਾਰਾਜ ਕਹਿੰਦੇ ਮਿੱਤਰ ਬਣ ਜਾਂਦੇ ਆ। ਬਹੁਤ ਜ਼ਿਆਦਾ ਆ ਕਰਕੇ ਜਿਹੜੇ ਆ ਉਹ ਕੋਲ ਟੁਕ ਟੁਕ ਕੇ ਬੈਠਦੇ ਆ। ਸੁਖ ਦਾ ਜਦੋਂ ਵਕਤ ਹੁੰਦਾ ਏ ਦੁੱਖ ਮੈਂ ਸੰਗ ਨਾ ਕੋਏ। ਤੇ ਜਦੋਂ ਦੁੱਖ ਦਾ ਵਕਤ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਉਸ ਸਮੇਂ ਕੋਈ ਵੀ ਸੰਗੀ ਨਹੀਂ ਰਹਿੰਦਾ, ਕੋਈ ਵੀ ਨਾਲ ਨਹੀਂ ਆ ਕਰਕੇ ਬੈਠਦਾ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕਉ ਨ ਆਵਤ ਨੀਰੈ। ਇਸੇ ਪ੍ਰਕਾਰ ਹੀ ਸੁਖ ਮੈਂ ਬਹੁ ਸੰਗੀ ਭਏ। ਮਹਾਰਾਜ ਕਹਿੰਦੇ ਹੈ ਕਿ ਸੁਖ ਮੈਂ ਬਹੁ ਸੰਗੀ ਭਏ। ਜਦੋਂ ਬਾਹਰੀ ਸੁੱਖ ਹੁੰਦੇ ਆ ਨਾ ਜੀਵ ਕੋਲ, ਪਦਾਰਥ ਵੈ ਮਾਇਆ ਵੈ, ਤੇ ਇਸ ਪ੍ਰਕਾਰ ਬਹੁਤ ਆ ਕਰਕੇ ਮਾਇਆ ਦੇ ਪ੍ਰਤਾਪ ਕਰਕੇ ਪਦਾਰਥਾਂ ਕਰਕੇ ਜੀਵ ਦੇ ਮਿੱਤਰ ਬਣ ਜਾਂਦੇ ਹੈ। ਉਹ ਜੀਵ ਨੂੰ ਭੁਲੇਖਾ ਹੁੰਦਾ ਹੈ ਕਿ ਇਹ ਮੇਰੇ ਮਿੱਤਰ ਵੈ, ਪਰ ਉਹ ਜੀਵ ਦੇ ਮਿੱਤਰ ਨਹੀਂ ਹੁੰਦੇ। ਉਹ ਤਾਂ ਮਾਇਆ ਦੇ ਮਿੱਤਰ ਵੈ, ਪਦਾਰਥਾਂ ਦੇ ਮਿੱਤਰ ਵੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੇਰੇ ਕੋਲੇ ਸਰੀਰਕ ਸੁੱਖ ਨੇ, ਪਦਾਰਥਾਂ ਦੇ ਸੁੱਖ ਨੇ, ਤਾਂ ਬਹੁਤ ਜ਼ਿਆਦਾ ਤੇਰੇ ਸੰਗੀ ਮਿਲਾਪੀ ਹੋ ਕਰਕੇ ਆ ਕਰਕੇ ਤੇਰੇ ਨਾਲ ਟੁਕ ਟੁਕ ਕੇ ਬੈਠਦੇ ਐ। ਦੁੱਖ ਮੈਂ ਸੰਗ ਨਾ ਕੋਏ। ਤੇ ਜਦੋਂ ਦੁੱਖ ਦਾ ਵੇਲਾ ਆਉਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਬਿਪਤਾ ਪੈ ਜਾਂਦੀ ਹੈ, ਸੁੱਖ ਸਾਰੇ ਨਾਸ਼ ਹੋ ਜਾਂਦੇ ਹੈ। ਉਸ ਸਮੇਂ ਕੋਈ ਵੀ ਸੰਗੀ ਨਹੀਂ ਰਹਿੰਦਾ, ਕੋਈ ਮਿਲਾਪੀ ਨਹੀਂ ਰਹਿੰਦਾ, ਮਿੱਤਰ ਵੀ ਤਿਆਗ ਜਾਂਦੇ ਹੈ। ਇਹ ਤਾਂ ਆਮ ਮਨੁੱਖ ਦੀ ਤਾਂ ਕੀ ਬਾਤ ਹੈ। ਜਦੋਂ ਔਕੜ ਦਾ ਸਮਾਂ ਆਇਆ, ਜਿਹੜੇ ਅੱਗੇ ਸ਼ਹੀਦੀ ਦਿਨ ਆ ਰਹੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਛੱਡਿਆ ਸੀ, ਤਾਂ ਮਹਾਰਾਜ ਸਰਸਾ ਨੂੰ ਪਾਰ ਕਰ ਜਦੋਂ ਰੋਪੜ ਦਾ ਨੇੜਾ ਕੀਤਾ ਸੀ ਤੇ ਹਜੂਰ ਨੂੰ ਬਲ ਦੇ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਸੀ, ਤੇ ਸੱਚੇ ਪਾਤਸ਼ਾਹ ਨੇ ਨੀਲਾ ਘੋੜਾ ਮੱਘ ਦੇ ਪੱਠੇ ਤੇ ਚਾੜ ਕੇ ਸ਼ਾਂਤ ਕਰ ਦਿੱਤਾ ਸੀ। ਸਤਿਗੁਰਾਂ ਜੀ ਨੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਔਕੜ ਦੇ ਸਮੇਂ ਜਿਹੜੇ ਕਹਿੰਦੇ ਸੀ ਪਹਿਲਾਂ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਕਦੇ ਮਹਾਰਾਜ ਸਾਨੂੰ ਸੇਵਾ ਦੱਸਿਓ, ਹਜੂਰ ਨੂੰ ਬਲ ਦੇ ਪੱਠੇ ਵੱਲ ਇਸ਼ਾਰਾ ਕਰ ਸਕਦੇ ਹੈ। ਤੇ ਫਿਰ ਆਮ ਮਨੁੱਖ ਦੀ ਤਾਂ ਬਾਤ ਹੀ ਕੀ ਹੈ, ਸੰਸਾਰ ਦੀ ਰੀਤ ਹੈ। ਮਹਾਰਾਜ ਕਹਿੰਦੇ ਨੇ ਸੁੱਖ ਦੇ ਵਿੱਚ ਆ ਕਰਕੇ ਬਹੁਤੇ ਸੰਗੀ ਮਿੱਤਰ ਬਣਦੇ ਹੈ, ਦੁੱਖ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੋਈ ਸਾਥ ਨਹੀਂ ਨਿਭਾਉਂਦਾ ਹੈ। ਕਹੋ ਨਾਨਕ ਹਰਿ ਭਜ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਮੇਰੇ ਮਨਾ, ਤੂੰ ਵਾਹਿਗੁਰੂ ਦੇ ਨਾਮ ਨੂੰ ਜਪ ਲੈ। ਸੰਸਾਰ ਦੀਆਂ ਮਿੱਤਰਤਾਈਆਂ, ਸੰਸਾਰ ਦੇ ਲਿਹਾਜ਼ ਛੱਡ ਦੇ, ਵਾਹਿਗੁਰੂ ਦਾ ਨਾਮ ਜਪਿਆ ਕਰ। ਇਹ ਤਾਂ ਸੰਸਾਰ ਦੇ
ਇਹ ਸੰਸਾਰੇ ਕੇ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਉਦਨ ਕੋਈ ਤੇਰੇ ਨੇੜੇ ਨਹੀਂ ਆ ਕੇ ਟੁਕੇਗਾ, ਜਿਸ ਦਿਨ ਉਹਨਾਂ ਦਾ ਕੋਈ ਸਵਾਰਥ ਨਾ ਤੇਥੋਂ ਪੂਰਾ ਹੁੰਦਾ ਹੋਇਆ। ਜਿਸ ਦਿਨ ਉਹਨਾਂ ਨੇ ਵੇਖਿਆ ਕਿ ਹੁਣ ਸਾਡੇ ਕੀ ਕੰਮ ਆ ਸਕਦਾ ਹੈ, ਮਹਾਰਾਜ ਕਹਿੰਦੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ, ਕੋਈ ਤੇਰੇ ਨੇੜੇ ਵੀ ਨਹੀਂ ਟੁਕੇਗਾ। ਇਸ ਕਰਕੇ ਹੈ ਮੇਰੇ ਪਿਆਰੇ ਮਨਾ, ਤੂੰ ਵਾਹਿਗੁਰੂ ਦਾ ਭਜਨ ਕਰਿਆ ਕਰ। ਅੰਤ ਸਹਾਈ ਹੋਏ। ਤੇ ਅੰਤ ਦੇ ਸਮੇਂ ਵਾਹਿਗੁਰੂ ਜੀ ਦਾ ਨਾਮ ਫਿਰ ਤੇਰਾ ਸਹਾਈ ਹੋਵੇਗਾ, ਤੇਰੀ ਸਹਾਇਤਾ ਕਰੇਗਾ ਵਾਹਿਗੁਰੂ ਦਾ ਨਾਮ। ਜੇ ਤੂੰ ਇੰਨੀ ਤੀਬਰਤਾ ਨਾਲ ਜਿੰਨਾ ਆਪਣੇ ਮਿੱਤਰਾਂ ਨੂੰ ਸੰਬੰਧੀਆਂ ਨੂੰ ਮਿਲਣ ਨਾਲ ਖੁਸ਼ ਹੁੰਨਾ, ਜੇ ਵਾਹਿਗੁਰੂ ਦੇ ਨਾਮ ਵਿੱਚ ਇੰਨੀ ਜਪਣ ਵਿੱਚ ਖੁਸ਼ੀ ਮਹਿਸੂਸ ਕਰੇ, ਤੇ ਫਿਰ ਅੰਤ ਨੂੰ ਵਾਹਿਗੁਰੂ ਦਾ ਨਾਮ ਤੇਰੀ ਸਹਾਇਤਾ ਕਰੇਗਾ। ਜਨਮ ਜਨਮ ਭਰਮਤ ਫਿਰਿਓ। ਹਜੂਰ ਫਰਮਾਉਂਦੇ ਐ, ਜਨਮ ਜਨਮ ਭਰਮਤ ਫਿਰਿਓ। ਵੇਖ ਤੂੰ ਜਨਮਾਂ ਜਨਮਾਂ ਦੇ ਅੰਦਰ ਭਟਕਦਾ ਫਿਰਿਆ ਹੈ। ਬੜੇ ਜਨਮ ਤੂੰ ਭੋਗ ਲਏ ਐ। ਪਹਿਲਾਂ ਤਾਂ ਪਤਾ ਨਹੀਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਿੰਜਰੀਆ। ਚਿਰਕਾਲ ਸਮੇਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਜਨਮ ਜਨਮ ਭਰਮਤ ਫਿਰਿਓ। ਜਨਮਾਂ ਜਨਮਾਂ ਦੇ ਅੰਦਰ, ਦੇਹਾਂ ਦੇਹਾਂ ਦੇ ਅੰਦਰ ਤੂੰ ਭਟਕਦਾ ਫਿਰਿਆ ਹੈ ਬੜੇ ਚਿਰ ਤੋਂ। ਮਿਟਿਓ ਨਾ ਜਮ ਕੋ ਤਰਾਸ। ਜਿਹੜਾ ਤੇਰੇ ਅੰਦਰ ਮੌਤ ਦਾ ਖੌਫ ਹੈ, ਇਹ ਕਿਸੇ ਵੀ ਜਨਮ ਵਿੱਚ ਨਹੀਂ ਸੀ ਮਿਟਿਆ। ਇਹ ਤੈਨੂੰ ਸਦਾ ਬਣਿਆ ਹੀ ਰਿਹਾ। ਕੋਈ ਵੀ ਜੂਨ ਹੈ, ਮਰਨ ਤੋਂ ਸਭ ਜੀਵ ਡਰਦੇ ਐ, ਭੱਜਦੇ ਐ। ਕੀੜੀ ਨੂੰ ਹੀ ਮਾਰਨ ਲੱਗੋ ਤੇ ਉਹ ਕੀੜੀ ਵੀ ਆਪਣੀ ਜਾਨ ਬਚਾਉਣ ਨੂੰ ਭੱਜਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਬੜਿਆਂ ਹੀ ਜਨਮਾਂ ਵਿੱਚ ਤੂੰ ਫਿਰਿਆ ਏ, ਵਿਚਰਿਆ ਏ, ਪਰ ਮਿਟਿਓ ਨਾ ਜਮ ਕੋ ਤਰਾਸ। ਜਿਹੜਾ ਜਮਾਂ ਦਾ ਤਰਾਸ ਡਰ ਵੈ, ਮੌਤ ਦਾ ਖੌਫ, ਇਹ ਤੇਰੇ ਅੰਦਰੋਂ ਨਹੀਂ ਖਤਮ ਹੋਇਆ ਹੈ। ਕਹੋ ਨਾਨਕ ਹਰਿ ਭਜ ਮਨਾ। ਹਜੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮੇਰੇ ਪਿਆਰੇ ਮਨਾ, ਵਾਹਿਗੁਰੂ ਦਾ ਭਜਨ ਕਰਿਆ ਕਰ, ਨਾਮ ਜਪਿਆ ਕਰ, ਤੇਰਾ ਡਰ ਮੁੱਕ ਜਾਵੇਗਾ। ਨਿਰਭੈ ਪਾਵਹਿ ਬਾਸ। ਫਿਰ ਤੂੰ ਨਿਰਭੈ ਪਦਵੀ ਵਿੱਚ ਵਾਸ ਪਾ ਲਏਗਾ। ਤੈਨੂੰ ਉਹ ਪਦਵੀ, ਉਹ ਅਵਸਥਾ ਮਿਲ ਜਾਵੇਗੀ ਜਿੱਥੇ ਭੈ ਨਹੀਂ ਵਿਆਪਦਾ, ਜਿੱਥੇ ਡਰ ਨਹੀਂ ਲੱਗਦਾ। ਮਹਾਰਾਜ ਕਹਿੰਦੇ, ਮੌਤ ਦਾ ਡਰ ਵੀ ਤੇਰਾ ਚੁੱਕਿਆ ਜਾਵੇਗਾ। ਹੁਣ ਤੈਨੂੰ ਮਨੁੱਖਾ ਜਨਮ ਮਿਲਿਆ, ਕਿੰਨਿਆਂ ਜਨਮਾਂ 'ਚ ਭਟਕ ਆਇਆ ਏ। ਵਾਹਿਗੁਰੂ ਦਾ ਨਾਮ ਜਪ ਲੈ, ਨਿਰਭੈ ਪਦਵੀ ਨੂੰ ਪ੍ਰਾਪਤ ਹੋ ਜਾਵੇਂਗਾ। ਜਤਨ ਬਹੁਤ ਮੈਂ ਕਰ ਰਹਿਓ। ਸੱਚੇ ਪਾਤਸ਼ਾਹ ਹਜੂਰ ਬੇਨਤੀ ਕਰਨ ਦੀ ਜਾਚ ਦੱਸਦੇ ਐ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੀ ਹਉਮੈ ਨਹੀਂ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕੀ ਕਰੀਏ, ਹੰਕਾਰ ਨਹੀਂ ਅੰਦਰੋਂ ਮਰਦਾ। ਬੜੇ ਯਤਨ ਕੀਤੇ ਐ। ਸਤਿਗੁਰੂ ਜੀ ਸਾਨੂੰ ਦੱਸਦੇ ਐ ਜਾਚ ਕਿ ਕਿਵੇਂ ਫਿਰ ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ। ਮਹਾਰਾਜ ਫਰਮਾਉਂਦੇ ਹਨ, ਜਤਨ ਬਹੁਤ ਮੈਂ ਕਰ ਰਹਿਓ। ਹੇ ਵਾਹਿਗੁਰੂ ਜੀ, ਮੈਂ ਬਹੁਤ ਸਾਰੇ ਯਤਨ ਕਰ ਕਰਕੇ ਥੱਕ ਗਿਆ ਹਾਂ। ਬੜੇ ਮੈਂ ਕੋਸ਼ਿਸ਼ਾਂ ਕੀਤੀਆਂ ਨੇ। ਆਪਣੇ ਕਈਆਂ ਨੇ ਨਾਮ ਵੀ ਬੜੇ ਨਿਮਰਤਾ ਵਾਲੇ ਰਖਾਏ ਹੁੰਦੇ ਐ, ਪਰ ਫਿਰ ਵੀ ਅੰਦਰ ਨਿਮਰਤਾ ਨਹੀਂ ਆਉਂਦੀ ਹੈ। ਬਾਹਰੋਂ ਬੜੇ ਯਤਨ ਕੀਤੇ ਐ ਕਿ ਮੇਰਾ ਮਾਣ ਮਿਟ ਜਾਵੇ। ਹਜੂਰ ਫਰਮਾਉਂਦੇ ਹਨ, ਜਤਨ ਬਹੁਤ ਮੈਂ ਕਰ ਰਹਿਓ। ਇਹ ਮਹਾਰਾਜ, ਮੈਂ ਬਹੁਤ ਸਾਰੇ ਯਤਨ ਕਰ ਕਰਕੇ ਹਾਰ ਗਿਆ ਹਾਂ, ਰਹਿ ਚੁੱਕਾ ਹਾਂ। ਬੜੇ ਯਤਨ, ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ। ਮਿਟਿਓ ਨਾ ਮਨ ਕੋ ਮਾਨ। ਤੇ ਮਨ ਦਾ ਜਿਹੜਾ ਮਾਨ ਮੈਂ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਿਟਿਆ ਨਹੀਂ। ਇਹ
ਹਜੂਰ ਕਹਿੰਦੇ ਇਉਂ ਬੇਨਤੀ ਕਰੀਏ ਵਾਹਿਗੁਰੂ ਜੀ ਦੇ ਅੱਗੇ ਕਿ ਹੇ ਸੱਚੇ ਪਾਤਸ਼ਾਹ, ਮੇਰੇ ਮਨ ਦਾ ਮਾਣ ਜਿਹੜਾ ਹੰਕਾਰ ਹੈ ਨਾ, ਉਹ ਸੱਚੇ ਪਾਤਸ਼ਾਹ ਮਿਟਦਾ ਨਹੀਂ ਹੈ। ਗਰੀਬ ਨਵਾਜ, ਮੈਂ ਬੜੇ ਯਤਨ ਕੀਤੇ ਆ, ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ। ਦੁਰਮਤ ਸਿਓ ਨਾਨਕ ਫਦਿਓ। ਤੇ ਦੁਰਮਤ ਖੋਟੀ ਬੁੱਧੀ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਜੀਵ ਅਸਲ 'ਚ ਨਾ ਫਦਿਓ ਫਸ ਗਿਆ ਹੈ। ਖੋਟੀ ਬੁੱਧੀ ਦੇ ਅੰਦਰ ਇਹ ਬੁਰੀ ਤਰ੍ਹਾਂ ਫਸ ਚੁੱਕਾ ਹੈ। ਖੋਟੀ ਬੁੱਧੀ ਕਰਕੇ ਇਹਨੂੰ ਵਕਾਰ ਫੁਰਦੇ ਰਹਿੰਦੇ ਹੈ, ਬੁਰੇ ਖਿਆਲ ਫੁਰਦੇ ਰਹਿੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰ ਸਦਾਈ। ਜਦੋਂ ਜੀਵ ਨੂੰ ਆਪਣੇ ਆਪ ਨੂੰ ਪਤਾ ਲੱਗ ਜਾਵੇ ਨਾ ਕਿ ਮੇਰਾ ਹੰਕਾਰ ਨਹੀਂ ਮਰਦਾ ਪਿਆ, ਮੇਰੇ ਅੰਦਰ ਬੜੀ ਹਉਮੈ ਹੈ, ਉਹਦੇ ਵੀ ਭਲਾ ਹੋਣ ਦਾ ਸਮਾਂ ਆ ਜਾਂਦਾ ਹੈ। ਕਿਉਂਕਿ ਉਹਨੂੰ ਸੋਝੀ ਪਤਾ ਲੱਗ ਜਾਂਦੀ ਹੈ ਕਿ ਮੈਨੂੰ ਹੰਕਾਰ ਬਹੁਤ ਤੰਗ ਕਰਦਾ, ਮੈਂ ਬੜੀ ਹਉਮੈ ਕਰਦਾ ਹਾਂ। ਫਿਰ ਮੇਰਾ ਮਨ ਦੁਰਮਤ ਵਿੱਚ ਫਸਿਆ ਹੋਇਆ ਹੈ। ਇਹ ਜਗਿਆਸੂ ਨੂੰ ਪਤਾ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਅਰਦਾਸ ਕਰੇ, ਵਾਹਿਗੁਰੂ ਜੀ ਮੈਂ ਤਾਂ ਦੁਰਮਤ ਖੋਟੀ ਬੁੱਧੀ ਦੇ ਵਿੱਚ ਫਸ ਗਿਆ ਹਾਂ। ਰਾਖ ਲੇ ਹੋ ਭਗਵਾਨ। ਹੇ ਭਗਵਾਨ ਸਰੂਪ ਵਾਹਿਗੁਰੂ, ਮੇਰੀ ਰੱਖਿਆ ਕਰ ਲੈ। ਹੇ ਪਰਮੇਸ਼ਰ, ਮੈਨੂੰ ਬਚਾ ਲੈ। ਦੁਰਮਤ ਖੋਟੀ ਬੁੱਧੀ ਤੋਂ ਮੇਰੀ ਰੱਖਿਆ ਕਰ ਲੋ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਅੱਗੇ ਕਿ ਮਹਾਰਾਜ ਮੈਂ ਬੜੇ ਯਤਨ ਕਰ ਥੱਕਿਆ ਹਾਂ, ਬੜੀਆਂ ਕੋਸ਼ਿਸ਼ਾਂ ਕਰ ਹਟਿਆ, ਪਰ ਮੇਰੇ ਮਨ ਦਾ ਮਾਣ ਘਟਦਾ ਹੀ ਨਹੀਂ, ਮੇਰੇ ਅੰਦਰੋਂ ਹਉਮੈ ਜਾਂਦੀ ਨਹੀਂ। ਕੋਈ ਨਾ ਕੋਈ ਜਿਹੜਾ ਵੀ ਮੈਂ ਕਰਮ ਕਰਦਾ ਸਾਰਾ ਹਉਮੈ ਦੇ ਸਹਿਤ ਹੀ ਕਰਦਾ, ਹੰਕਾਰ ਨਹੀਂ ਮੇਰੇ ਅੰਦਰੋਂ ਮਰਦਾ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਹੈ ਕਿ ਇਹ ਦੁਰਮਤ ਖੋਟੀ ਬੁੱਧੀ ਨਾਲ ਫਸ ਗਿਆ ਹੈ, ਉਹਦੇ ਹੀ ਫੁਰਨਿਆਂ ਵਿੱਚ ਹਰ ਸਮੇਂ ਫਸਿਆ ਹੋਇਆ ਹੈ। ਵਾਹਿਗੁਰੂ ਜੀ ਦੇ ਅੱਗੇ ਅਰਦਾਸ ਹੈ, ਮਹਾਰਾਜ ਆਪ ਹੀ ਪੁਰਾਣੀ ਦੀ ਜੀਵ ਦੀ ਰੱਖਿਆ ਕਰ ਲਵੋ। ਬਾਲ ਜਵਾਨੀ ਔਰ ਬਿਰਧ ਫੁਨ। ਹਜੂਰ ਕਹਿੰਦੇ ਹੈ ਕਿ ਬਾਲਕ ਅਵਸਥਾ, ਜਵਾਨੀ ਦੀ ਅਵਸਥਾ ਤੇ ਫਿਰ ਬੌੜੋ ਬਿਰਧ ਅਵਸਥਾ ਜੋ ਹੈ, ਤੀਨ ਅਵਸਥਾ ਜਾਨ। ਇਹ ਤਿੰਨ ਅਵਸਥਾਵਾਂ ਸਰੀਰ ਤੇ ਆਉਂਦੀਆਂ ਨੇ। ਮਹਾਰਾਜ ਕਹਿੰਦੇ ਜਾਨ ਲੈਣਾ ਕਰੋ। ਜਿਹੜੀ ਬਾਲਕ ਅਵਸਥਾ ਹੈ, ਖੀਰ ਪੀਏ ਖਿਲਾਈਐ ਵਣਜਾਰਿਆ ਮਿੱਤਰਾ। ਬਾਲਕ ਬੁੱਧ ਅਚੇਤ, ਬਾਲਕ ਪੁਣੇ ਦੀ ਬੁੱਧੀ ਅਚੇਤ ਹੁੰਦੀ ਹੈ, ਖੇਡਣ ਵਿੱਚ ਖਾਣ ਪੀਣ ਵਿੱਚ ਲੱਗਾ ਰਹਿੰਦਾ ਹੈ। ਫਿਰ ਜਦੋਂ ਜਵਾਨੀ ਦੀ ਅਵਸਥਾ ਆਉਂਦੀ ਹੈ ਤੇ ਫਿਰ ਤੇ ਸਮੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਇਹਨੂੰ ਸਾਰਾ ਕੁਝ ਭੁੱਲ ਜਾਂਦਾ ਹੈ। ਵਿਸ਼ੇ ਵਿਕਾਰ ਅੰਦਰ ਜ਼ੋਰ ਮਾਰਨ ਲੱਗ ਜਾਂਦੇ ਹੈ ਤੇ ਫਿਰ ਵਿਸ਼ਿਆਂ ਨੂੰ ਭੋਗਣ ਵਾਸਤੇ ਹੀ ਹਰ ਸਮੇਂ ਮਨ ਵਿੱਚ ਬੁਰੇ ਖਿਆਲ ਇਹਦੇ ਪ੍ਰਗਟ ਹੋਣ ਲੱਗ ਜਾਂਦੇ। ਜਦੋਂ ਫਿਰ ਬਿਰਧ ਅਵਸਥਾ ਆਉਂਦੀ ਹੈ ਤੇ ਫਿਰ ਜਵਾਨੀ ਢਲ ਜਾਂਦੀ ਹੈ, ਸਰੀਰ ਵਿੱਚ ਓਨਾ ਬਲ ਨਹੀਂ ਰਹਿੰਦਾ, ਤੁਰਿਆ ਨਹੀਂ ਜਾਂਦਾ, ਕਿਰਿਆ ਨਹੀਂ ਹੁੰਦੀ, ਬੋਲਣ ਚਾਲਣ ਤੋਂ ਵੀ ਹੌਲੀ ਹੌਲੀ ਅਸਮਰੱਥ ਹੋ ਜਾਂਦਾ ਏ। ਸੱਚੇ ਪਾਤਸ਼ਾਹ ਕਹਿੰਦੇ ਫਿਰ ਉਦੋਂ ਭਜਨ ਨਹੀਂ ਕਰ ਪਾਉਂਦਾ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਹਜੂਰ ਕਹਿੰਦੇ ਸਰੀਰ ਦੀਆਂ ਤਿੰਨ ਅਵਸਥਾਵਾਂ ਨੇ, ਬਾਲ, ਜਵਾਨੀ ਤੇ ਫੁਨ ਬੌੜੋ ਜਿਹੜੀ ਬਿਰਧ ਅਵਸਥਾ ਹੈ। ਕਹੋ ਨਾਨਕ ਹਰਿ ਭਜਨ ਬਿਨ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਬਿਰਥਾ ਸਭ ਹੀ ਮਾਨ। ਜਿਹੜੀ ਸਾਰੀ ਅਵਸਥਾ ਹੈ ਇਸ ਨੂੰ ਬਿਰਥਾ ਵਿਅਰਥ ਮੰਨਣਾ ਕਰੋ। ਬਾਲਕ ਪੁਣਾਵੀਂ ਅਵਸਥਾ ਜਿਹੜੀ ਹੈ, ਬਾਲਕ ਅਵਸਥਾ, ਇਹ ਵੀ ਵਿਅਰਥ ਚਲੀ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਜਿਹੜੀ ਜਵਾਨੀ ਦੀ ਅਵਸਥਾ ਇਹ ਵੀ ਵਿਅਰਥ ਚਲੀ ਜਾਂਦੀ ਹੈ। ਫਿਰ ਬਿਰਧ ਪੁਣਾ ਜਿਹੜਾ ਹੈ ਨਾ, ਉਹ ਵੀ ਅਵਸਥਾ ਜਿਹੜੀ ਹੈ 20 ਵਰਸ਼ ਕਸ਼ ਜਿਹੜਾ ਤਪ ਨਾ ਕੀਓ, ਜਿਹੜਾ ਪਹਿਲੇ 10 ਵਰਸ਼ ਨੇ ਉਹ ਬਾਲਪਨ ਦੇ ਵਿੱਚ ਬੀਤ ਜਾਂਦੇ ਹੈ ਤੇ ਫਿਰ 20 ਸਾਲ ਜਿਹੜੇ ਹੈ ਉਹ ਜਵਾਨੀ ਦੀ ਅਵਸਥਾ ਆਉਂਦੀ ਹੈ, ਇਉਂ ਬਤੀਤ ਹੋ ਜਾਂਦੇ ਹੈ
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ, ਨਾ ਬਾਲਕ ਅਵਸਥਾ, ਨਾ ਜਵਾਨੀ ਦੀ ਅਵਸਥਾ, ਨਾ ਬਿਰਧ ਅਵਸਥਾ ਇਹ ਸਫਲ ਨਹੀਂ ਹੁੰਦੀ। ਹਜੂਰ ਫਰਮਾਉਂਦੇ ਐ, ਕਹੋ ਨਾਨਕ ਹਰ ਭਜਨ ਬਿਨ। ਹਜੂਰ ਕਹਿੰਦੇ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਬਿਰਥਾ ਸਭ ਹੀ ਮਾਨ। ਸਾਰੀਆਂ ਇਹ ਮਹਾਰਾਜ ਕਹਿੰਦੇ ਬਾਲਕਪੁਣਾ ਵੀ, ਜਵਾਨੀ ਵੀ ਤੇ ਬਿਰਧ ਅਵਸਥਾ ਵਿਅਰਥ ਹੀ ਚਲੀ ਜਾਂਦੀ ਹੈ। ਕਰਨੋ ਹੁਤੋ ਸੋ ਨਾ ਕੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਕਰਨੋ ਹੁਤੋ ਸੋ ਨਾ ਕੀਓ। ਜਿਹੜਾ ਤੂੰ ਕਰਮ ਕਰਨਾ ਸੀਗਾ ਨਾ, ਉਹ ਤੂੰ ਕੀਤਾ ਨਹੀਂ, ਕਿਉਂਕਿ ਮਨੁੱਖਾ ਜਨਮ ਧਾਰ ਕੇ ਤੈਨੂੰ ਨਾਮ ਜਪਣਾ ਚਾਹੀਦਾ ਸੀ, ਤੂੰ ਨਾਮ ਨਹੀਂ ਜਪਿਆ। ਸੇਵਾ ਕਰਨੀ ਸੀ, ਸੇਵਾ ਨਹੀਂ ਕੀਤੀ। ਪਰਉਪਕਾਰ ਕਰਨੇ ਸੀ, ਨਹੀਂ ਕੀਤੇ। ਕਰਨੋ ਹੁਤੋ ਸੋ ਨਾ ਕੀਓ। ਜਿਹੜਾ ਕਰਮ ਕਰਨਾ ਹੈਗਾ ਸੀ, ਉਹ ਤੂੰ ਕੀਤਾ ਹੀ ਨਹੀਂ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸਤ ਸੰਗਤ ਕਰਨੀ, ਦਸਾਂ ਨਾਹਾਂ ਦੀ ਕਿਰਤ ਕਰਨੀ, ਦਸਵੰਧ ਕੱਢਣਾ, ਵੰਡ ਕੇ ਛਕਣਾ। ਕਰਨੋ ਹੁਤੋ, ਇਹ ਤੂੰ ਕਰਨਾ ਸੀ ਨਾ ਕੰਮ, ਇਹ ਕਰਮ ਕਮਾਉਣੇ ਸੀ ਨਾ। ਕਰਨੋ ਹੁਤੋ ਸੋ ਨਾ ਕੀਓ, ਪਰ ਤੂੰ ਨਹੀਂ ਕਰਨਾ ਕੀਤੇ। ਪਰਿਓ ਲੋਭ ਕੈ ਫੰਦ। ਪਰ ਤੂੰ ਪੈ ਗਿਆ, ਵੇਖ ਲੈ, ਲੋਭ ਦੇ ਵਿੱਚ, ਤੇ ਲੋਭ ਦਾ ਫੰਦਾ ਜਿਹੜਾ ਹੈ ਉਹ ਤੇਰੇ ਗਲ ਵਿੱਚ ਪੈ ਗਿਆ ਹੈ। ਤੂੰ ਸਾਰੇ ਕੰਮ ਲੋਭ ਵਿੱਚ ਫਸ ਕੇ ਕਰਦਾ ਹੈ ਕਿ ਮੈਨੂੰ ਇਹਦੇ ਨਾਲ ਕੀ ਪ੍ਰਾਪਤ ਹੋਵੇਗਾ। ਜੇ ਧਰਮ ਦੇ ਕਰਮ ਵੀ ਕਰਦਾ ਨਾ, ਤੇ ਤੂੰ ਅੰਦਰੋਂ ਧਰਮ ਦੇ ਕਰਮ ਨਹੀਂ ਕਰਦਾ। ਤੂੰ ਅੰਦਰੋਂ ਪਰਮਾਰਥ ਨਹੀਂ ਕਮਾਉਂਦਾ, ਤੇ ਨਾ ਪਰਮਾਰਥ ਦਾ ਉਪਦੇਸ਼ ਅੰਦਰੋਂ ਦਿੰਦਾ, ਬਾਹਰੋਂ ਹੀ ਪਰਮਾਰਥ ਦਾ ਉਪਦੇਸ਼ ਦਿੰਦਾ। ਤੇਰੇ ਅੰਦਰ ਤਾਂ ਮਾਇਆ ਦੀ ਪਕੜ ਲੱਗੀ ਹੋਈ ਹੈ। ਜੇ ਤੂੰ ਬਾਹਰੋਂ ਲੰਗਰ ਦੀ ਵੀ ਸੇਵਾ ਕਰਾਉਣਾ, ਤੇ ਪ੍ਰਯੋਜਨ ਤੇਰਾ ਇਹੀ ਹੈ ਕਿ ਮਾਇਆ ਇਕੱਠੀ ਕਰ ਲਾਂਗੇ। ਕੁਝ ਲੰਗਰ 'ਤੇ ਲਾ ਦਿੰਦਾ, ਕੁਝ ਆਪ ਹੀ ਹਜਮ ਕਰ ਜਾਂਦਾ। ਵੇਖ, ਇਹ ਕੋਈ ਤਰੀਕਾ ਥੋੜ੍ਹਾ ਹੈ ਤੇਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੈਨੂੰ ਕਰਮ ਕੀ ਕਰਨਾ ਚਾਹੀਦਾ ਸੀ, ਤੇ ਪਰ ਤੂੰ ਕਰ ਕੀ ਰਿਹਾ ਹੈ। ਕਰਨੋ ਹੁਤੋ ਸੋ ਨਾ ਕੀਓ। ਜਿਹੜਾ ਤੂੰ ਇਹ ਸਾਧਨਾ ਕਰਨੀ ਸੀ, ਨਾਮ ਜਪਣਾ ਸੀ, ਇਹ ਤੂੰ ਕਰਨ ਵਾਲਾ ਕੰਮ ਕੀਤਾ ਹੀ ਨਹੀਂ। ਕਰਨਾ ਸੀ ਨਾ, ਪਰ ਨਹੀਂ ਕੀਤਾ। ਤੂੰ ਕਿੱਧਰ ਲੱਗਿਆ ਰਿਹਾ? ਪਰਿਓ ਲੋਭ ਕੈ ਫੰਦ। ਤੂੰ ਲੋਭ ਦੇ ਵਿੱਚ ਇਹੋ ਜਿਹਾ ਗਲਤਾਨ ਹੋ ਗਿਆ। ਲਾਲਚ ਦਾ ਫੰਦਾ, ਲਾਲਚ ਦਾ ਰੱਸਾ ਤੇਰੇ ਗਲ ਵਿੱਚ ਪਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਕਰਨੋ ਹੁਤੋ ਸੋ ਨਾ ਕੀਓ। ਕਰਨਾ ਹੈਗਾ ਸੀ ਜਿਹੜਾ ਤੂੰ ਕਰਮ ਨਹੀਂ ਕੀਤਾ ਭਜਨ ਕਰਨ ਦਾ। ਪਰਿਓ ਲੋਭ ਕੈ ਫੰਦ। ਤੇਰੇ ਗਲ ਵਿੱਚ ਲੋਭ ਦਾ ਫੰਦਾ ਪੈ ਗਿਆ ਹੈ। ਨਾਨਕ ਸਮਿਓ ਰਮ ਗਇਓ। ਮਹਾਰਾਜ ਕਹਿੰਦੇ ਹੁਣ ਤਾਂ ਸਮਾਂ ਜਿਹੜਾ ਨਾ ਰਮ ਗਿਆ ਹੈ। ਬਿਰਧ ਅਵਸਥਾ ਜਦੋਂ ਆ ਗਈ, ਸਮਾਂ ਤੇਰੇ ਹੱਥੋਂ ਹੁਣ ਲੰਘ ਗਿਆ ਹੈ ਸਾਰਾ ਹੀ। ਅਬ ਕਿਉ ਰੋਵਤ ਅੰਧ। ਮਹਾਰਾਜ ਕਹਿੰਦੇ ਮਨ ਬੁੱਧ ਨੇਤਰਾਂ ਤੋਂ ਅੰਨੇ ਜੀਵ ਹੁਣ ਕਿਉਂ ਰੋਣਾ ਹੈ? ਕਿਉਂਕਿ ਜਦੋਂ ਕਰਨਾ ਸੀਗਾ ਭਜਨ, ਉਦੋਂ ਤਾਂ ਕੀਤਾ ਨਹੀਂ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ। ਜਦੋਂ ਕੋਈ ਬੁਰਾ ਕਰਮ ਕਰਨਾ ਹੈ ਤੇ ਤੂੰ ਉੱਠ ਉੱਠ ਕੇ ਭੱਜਦਾ ਹੈ। ਮਾਇਆ ਦੇ ਲਾਭ ਵਾਲਾ ਕੰਮ ਕਰਨਾ ਹੁੰਦਾ ਹੈ ਤੇ ਤੂੰ ਉੱਠ ਉੱਠ ਕੇ ਦੌੜਦਾ ਹੈ। ਤੇ ਨਾਮ ਕੀ ਬੇਲਾ, ਜਦੋਂ ਨਾਮ ਦੇ ਜਪਣ ਦਾ ਵੇਲਾ, ਅੰਮ੍ਰਿਤ ਵੇਲਾ, ਫਿਰ ਤੂੰ ਪੈ ਪੈ ਸੋਇਆ। ਲੰਮੇ ਪੈ ਪੈ ਸੌਣਾ ਕਿ ਤਾਂ ਆਰਾਮ ਕਰਨ ਦਾ ਵਕਤ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਫਿਰ ਇਹ ਸਮਾਂ ਆਰਾਮ ਹੀ ਗਿਆ, ਤੇਰੇ ਹੱਥੋਂ ਸਮਾਂ ਸਾਰਾ ਲੰਘ ਹੀ ਗਿਆ, ਤੇ ਫਿਰ ਹਜੂਰ ਨੇ ਕਿਹਾ ਉਸ ਵਕਤ ਨੂੰ, ਮਹਾਰਾਜ ਸੰਬੋਧਨ ਕਰਦੇ ਹੋਏ ਕਹਿੰਦੇ ਨੇ, ਜੀਵ ਹੁਣ ਤੇਰੇ ਤੇ ਇਹ ਵਕਤ ਵੈ, ਤੇ ਹੁਣ ਕਿਉਂ ਰੋਵਤ ਅੰਧ। ਹੇ ਅੰਨਿਆ ਮੂਰਖਾ, ਹੁਣ ਤੂੰ ਕਿਉਂ ਰੋਣਾ ਹੈ? ਕਿਉਂਕਿ ਆਪਣੀ ਕੀਤੀ ਕਰਕੇ ਹੀ ਤੂੰ ਫਲ ਪਾ ਰਿਹਾ ਨਾ। ਨਾ ਤੂੰ ਬਾਲਕ ਅਵਸਥਾ ਵਿੱਚ ਭਜਨ ਕੀਤਾ, ਨਾ ਤੂੰ ਜਵਾਨੀ ਦੀ ਅਵਸਥਾ ਵਿੱਚ ਭਜਨ ਕੀਤਾ। ਹੁਣ ਜਦੋਂ
ਬਿਰਧ ਅਵਸਥਾ ਸੀਗੀ, ਫਿਰ ਵੀ ਇੰਨਾ ਜ਼ੋਰ ਪਿਆ ਰਿਹਾ ਤੇਰੇ ਅੰਦਰ ਮਾਇਆ ਦਾ, ਤੂੰ ਭਜਨ ਕੀਤਾ ਹੀ ਨਹੀਂ। ਤੇ ਹੁਣ ਜਦੋਂ ਛੁੱਟ ਗਿਆ ਸਰੀਰ ਤੇ ਚੱਲਿਆ ਪ੍ਰਲੋਕ ਨੂੰ, ਅੱਬ ਕਿਉਂ ਰੋਵਤ ਅੰਧ, ਤੂੰ ਹੁਣ ਕਿਉਂ ਰੋਣਾ? ਕਿਉਂਕਿ ਮਹਾਰਾਜ ਕਹਿੰਦੇ ਸਮਾਂ ਤਾਂ ਰਮ ਗਿਆ, ਲੰਘ ਗਿਆ ਤੇਰੇ ਹੱਥੋਂ। ਜਿਹੜਾ ਤੈਨੂੰ ਸਮਾਂ ਦਿੱਤਾ ਸੀ ਵਾਹਿਗੁਰੂ ਨੇ ਭਜਨ ਕਰਨ ਦਾ, ਉਹ ਤਾਂ ਤੂੰ ਫੁਰਨਿਆਂ ਵਿੱਚ ਰੁੜਿਆ ਰਹਿਓ, ਵਿਸ਼ਿਆਂ ਵਿਕਾਰਾਂ ਵਿੱਚ ਰੁੜਿਆ ਰਹਿਓ। ਹੁਣ ਕਿਉਂ ਤੂੰ ਰੋਣਾ ਹੈ? ਜਿੱਦਾਂ ਕੋਈ ਕਿਸੇ ਨੂੰ ਬਹੁਤ ਸਾਰਾ ਨੁਕਸਾਨ ਹੋ ਜੇ, ਘਾਟਾ ਪੈ ਜਾਵੇ ਤੇ ਜੀਵ ਫਿਰ ਦੁਖੀ ਹੋ ਕੇ ਰੋਣ ਲੱਗਦਾ ਨਾ, ਇਵੇਂ ਮਹਾਰਾਜ ਕਹਿੰਦੇ ਰੋਣਾ ਪੱਲੇ ਪੈਂਦਾ ਫਿਰ ਜਦੋਂ ਭਜਨ ਨਾ ਕਰੀਏ, ਨਾਮ ਨਾ ਜਪੀਏ। ਅੱਬ ਕਿਉਂ ਰੋਵਤ ਅੰਧ, ਹੇ ਅੰਨੇ ਜੀਵ ਤੂੰ ਹੁਣ ਕਿਉਂ ਰੋਂਦਾ ਹੈ? ਮਨ ਬੁੱਧ ਨੇਤਰਾਂ ਤੋਂ ਹੀਣਾ ਹੈ ਤੂੰ। ਮਨ ਮਾਇਆ ਮੈਂ ਰਮ ਰਹਿਓ। ਮਨ ਜਿਹੜਾ ਮਾਇਆ ਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਇਸ ਭਾਈ ਜੀਵ ਦਾ ਫਸ ਰਿਹਾ ਹੈ, ਰਮ ਰਹਿਓ, ਮਿਲ ਰਿਹਾ ਹੈ। ਨਿਕਸਤ ਨਾਹਿਨ ਮੀਤ। ਮਹਾਰਾਜ ਕਹਿੰਦੇ ਹੈ ਮਿੱਤਰ, ਤੇਰਾ ਇਹ ਮਨ ਜਿਹੜਾ ਨਾ ਇਹ ਨਿਕਲ ਨਹੀਂ ਰਿਹਾ ਹੈ। ਨਿਕਸਤ ਨਾਹਨ ਮੀਤ, ਹੇ ਮਿੱਤਰ ਇਹ ਤੇਰਾ ਮਨ ਨਿਕਲ ਨਹੀਂ ਪਾ ਰਿਹਾ ਹੈ, ਤੇਥੋਂ ਮਾਇਆ ਵਿੱਚੋਂ ਨਿਕਲਿਆ ਨਹੀਂ ਜਾਂਦਾ। ਮਹਾਰਾਜ ਕਿਸ ਤਰ੍ਹਾਂ ਮਾਇਆ ਵਿੱਚ ਫਸਿਆ ਹੋਇਆ ਹੈ? ਆਪ ਕਿਰਪਾ ਕਰਕੇ ਦੱਸੋ ਜਿੱਥੋਂ ਇਹਦੇ ਕੋਲੋਂ ਨਿਕਲਿਆ ਨਹੀਂ ਜਾਂਦਾ ਹੈ। ਨਾਨਕ ਮੂਰਤ ਚਿਤਰ ਜਿਉ। ਸੱਚੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਵੇਂ ਚਿੱਤਰਕਾਰੀ ਕੀਤੀ ਹੁੰਦੀ ਹੈ ਨਾ, ਕੰਧ ਦੇ ਉੱਪਰ ਮੂਰਤ ਬਣਾਈ ਹੁੰਦੀ ਹੈ, ਛਾੜਤ ਨਾਹਿਨ ਭੀਤ। ਉਹ ਭੀਤ ਕੰਧ ਨੂੰ ਥੋੜੋ ਛੱਡਦੀ ਹੈ, ਕੰਧ ਦੇ ਵਿੱਚ ਹੀ ਉਹ ਉਕਰੀ ਹੁੰਦੀ ਹੈ, ਕੰਧ ਦੇ ਵਿੱਚ ਹੀ ਬਣੀ ਹੁੰਦੀ ਹੈ। ਜਿਵੇਂ ਉਹ ਮੂਰਤ ਕੀਤੀ ਹੋਈ ਚਿੱਤਰਕਾਰੀ ਕੰਧ ਦੇ ਵਿੱਚ ਹੀ ਖੱਚਤ ਹੈ ਨਾ, ਇਵੇਂ ਜੀਵ ਦਾ ਮਨ ਜਿਹੜਾ ਨਾ ਮਾਇਆ ਦੇ ਵਿੱਚ ਖੱਚਤ ਹੋਇਆ ਪਿਆ ਹੈ। ਮਾਇਆ ਇਹਦੇ ਕੋਲੋਂ ਛੁੱਟਦੀ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਮਾਣ ਦਿੱਤੇ ਆ, ਮਰਕਟ ਮੁਸ਼ਟੀ ਅਨਾਜ ਕੀ ਲੀਨੀ ਹਾਥ ਪਸਾਰ, ਛੂਟਨ ਕੋ ਸੰਸਾ ਪਰਿਓ ਨਾਚਿਓ ਘਰ ਘਰ ਬਾਰ। ਇਹਨੂੰ ਛੂਟਨ ਕੋ ਸੰਸਾ ਭਰਿਆ। ਇਹ ਜਦੋਂ ਸ਼ਿਕਾਰੀ ਪਕੜਦੇ ਆ ਨਾ ਬਾਂਦਰ ਨੂੰ, ਤੇ ਫਿਰ ਡੱਬੇ ਦੇ ਵਿੱਚ ਫੁੱਲੀਆਂ ਪਾ ਦਿੰਦੇ ਆ ਤੇ ਡੱਬੇ ਵਿੱਚ ਛੇਕ ਕਰਕੇ ਇੱਕ ਰੱਸੀ ਬੰਨ੍ਹਦੇ ਆ ਪਿੱਛੇ ਨੂੰ, ਅੰਦਰ ਗੰਢ ਦੇ ਕੇ ਦੂਰ ਦਰਖਤ ਨਾਲ ਬੰਨ੍ਹ ਦਿੰਦੇ ਆ ਰੱਸੀ। ਬਾਂਦਰ ਫੁੱਲੀਆਂ ਖਾਣ ਦੇ ਲਾਲਚ ਨਾਲ ਆਉਂਦਾ ਹੈ ਤੇ ਡੱਬੇ ਵਿੱਚ ਹੱਥ ਪਾ ਲੈਂਦਾ। ਜਦੋਂ ਜਿਹੜੀ ਮੁੱਠੀ ਉਹਦੀ ਹੈ ਉਹ ਬੰਦ ਹੋ ਜਾਂਦੀ ਹੈ ਤੇ ਫਿਰ ਡੱਬੇ ਦਾ ਮੂੰਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਹੱਥ ਅੰਦਰ ਤਾਂ ਚਲੇ ਜਾਂਦਾ ਹੈ ਪਰ ਮੁੱਠੀ ਬੰਦ ਵਾਲਾ ਹੱਥ ਬਾਹਰ ਨਹੀਂ ਆਉਂਦਾ। ਬਾਂਦਰ ਫੁੱਲੀਆਂ ਛੱਡਦਾ ਨਹੀਂ, ਹੱਥ ਉਹਦਾ ਡੱਬੇ 'ਚ ਫਸਿਆ ਰਹਿੰਦਾ ਹੈ, ਸ਼ਿਕਾਰੀ ਉਹਨੂੰ ਆ ਕੇ ਪਕੜ ਲੈਂਦਾ ਹੈ। ਮਹਾਰਾਜ ਕਹਿੰਦੇ ਜੀਵ ਰੂਪੀ ਬਾਂਦਰ ਹੈ, ਇਹਨੇ ਆਪਣੇ ਮਨ ਰੂਪੀ ਹੱਥ ਨਾਲ ਮਾਇਆ ਰੂਪੀ ਫੁੱਲੀਆਂ ਨੂੰ ਪਕੜ ਲਿਆ ਹੈ ਤੇ ਇਹ ਸੰਸਾਰ ਦੇ ਅੰਦਰ ਫਸਿਆ ਹੋਇਆ ਹੈ। ਸੋਚਦਾ ਹੈ ਕਿ ਮਾਇਆ ਛੱਡਤੀ ਮਰ ਜਾਵਾਂਗਾ, ਜਿਵੇਂ ਬਾਂਦਰ ਸੋਚਦਾ। ਮਹਾਰਾਜ ਨੇ ਹੋਰ ਪ੍ਰਮਾਣ ਦਿੱਤਾ ਹੈ ਕਿ ਜਿਉਂ ਨਲਨੀ ਸੁਹਟਾ ਗਹਿਓ, ਜਿਵੇਂ ਤੋਤਾ ਨਲਨੀ ਨੂੰ ਪਕੜ ਲੈਂਦਾ ਨਾ, ਉਹ ਸ਼ਿਕਾਰੀ ਪਕੜਨ ਵਾਲੇ ਤੋਤੇ ਨੂੰ ਇਸ ਤਰ੍ਹਾਂ ਨਾਲ ਪਕੜਦੇ ਆ, ਪਾਣੀ ਦਾ ਭਰਿਆ ਹੋਇਆ ਤਸਲਾ ਰੱਖਦੇ ਆ, ਕਾਨੀਆਂ ਇਸ ਤਰੀਕੇ ਨਾਲ ਗੱਡਦੇ ਆ ਕਿ ਇੱਕ ਕਾਨੀ ਦੇ ਉੱਤੇ ਆ ਕੇ ਤੋਤਾ ਬੈਠ ਜਾਵੇ, ਦੂਸਰੀ ਕਾਨੀ ਦੇ ਉੱਤੇ ਜਿਹੜਾ ਹੈ ਉਹ ਚੂਰੀ ਬਣਾ ਕਰਕੇ ਆਟੇ ਦੀ ਕੌਲੀ ਵਿੱਚ ਪਾਈ ਹੁੰਦੀ ਹੈ ਤੇ ਉਹਦਾ ਜਿਹੜਾ ਸੰਬੰਧ ਹੈ ਉਹ ਦੋਹਾਂ ਕਾਨੀਆਂ ਦੇ ਵਿਚਕਾਰ ਇੱਕ ਵੱਖਰੀ ਕਾਨੀ ਨਾਲ ਜੁੜਿਆ ਹੁੰਦਾ ਹੈ। ਜਦੋਂ ਤੋਤਾ ਆ ਕੇ ਠੂੰਗਾ ਮਾਰਦਾ ਨਾ ਚੂਰੀ ਦੇ ਖਾਣ ਵਾਸਤੇ, ਉਹ ਜਿਹੜੀ ਜਿਸ ਨਲਨੀ 'ਤੇ ਬੈਠਾ ਹੁੰਦਾ ਉਹ ਘੁੰਮ ਜਾਂਦੀ ਹੈ ਤੇ ਤੋਤਾ ਪੁੱਠਾ ਹੋ ਜਾਂਦਾ, ਉਹਦਾ ਸਿਰ ਜਾ ਕੇ ਤਸਲੇ ਨਾਲ ਲੱਗ ਜਾਂਦਾ ਤੇ ਪੁੱਠੇ ਹੋਏ ਨੂੰ ਪ੍ਰਤੀਤ ਹੁੰਦਾ ਥੱਲੇ ਸਮੁੰਦਰ ਵੈ, ਜੇਕਰ ਕਿ ਮੈਂ ਨਲਨੀ ਛੱਡ ਦਿੱਤੀ ਤੇ ਫਿਰ ਮੈਂ ਡੁੱਬ ਕੇ ਮਰ ਜਾਵਾਂਗਾ। ਨਲਨੀ ਛੱਡਦਾ ਨਹੀਂ ਤੇ ਸ਼ਿਕਾਰੀ ਆ ਕੇ ਪਕੜ ਲੈਂਦੇ ਆ। ਮਹਾਰਾਜ ਕਹਿੰਦੇ ਆ ਜੀਵ ਰੂਪੀ ਤੋਤੇ ਨੇ
ਮਾਇਆ ਰੂਪੀ ਨਲਨੀ ਨੂੰ ਮਨ ਰੂਪੀ ਹੱਥਾਂ ਨਾਲ ਘੁੱਟ ਕੇ ਪਕੜਿਆ ਹੋਇਆ ਹੈ ਤੇ ਇਹ ਇਸ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਰਸ ਰੂਪੀ ਚੂਰੀ ਖਾਣ ਵਿੱਚ ਮਸਤ ਹੋਇਆ ਜਦੋਂ ਆ ਕੇ ਬੈਠਦਾ ਸੰਸਾਰ ਦੇ ਅੰਦਰ ਆਉਂਦਾ ਹੈ ਤੇ ਵਿਸ਼ਿਆਂ ਵਿਕਾਰਾਂ ਵਿੱਚ ਫਸ ਜਾਂਦਾ ਹੈ ਤੇ ਜੇ ਸੋਚਦਾ ਹੈ ਕਿ ਮੈਂ ਮਾਇਆ ਰੂਪੀ ਨਲਨੀ ਨੂੰ ਛੱਡ ਦਿੱਤਾ, ਸੰਸਾਰ ਵਿੱਚ ਕਿਵੇਂ ਜੀਵਾਂਗਾ, ਮਰ ਜਾਵਾਂਗਾ, ਫਿਰ ਕਾਲ ਰੂਪੀ ਸ਼ਿਕਾਰੀ ਇਹਨੂੰ ਆ ਕੇ ਪਕੜ ਲੈਂਦਾ ਹੈ। ਕਾਲ ਤੋਂ ਛੁਟਕਾਰਾ ਨਹੀਂ ਪਾ ਪਾਉਂਦਾ ਹੈ। ਮਹਾਰਾਜ ਨੇ ਕਿਹਾ ਮਨ ਮਾਇਆ ਮੈਂ ਰਮ ਰਹਿਓ। ਇਹ ਮਨ ਜਿਹੜਾ ਮਾਇਆ ਦੇ ਅੰਦਰ ਮਿਲ ਰਿਹਾ ਹੈ ਜੀਵ ਦਾ, ਨਿਕਸਤ ਨਾ ਹਨ ਮੀਤ। ਹੇ ਮਿੱਤਰ, ਇਹ ਤੇਰਾ ਮਨ ਨਿਕਲ ਨਹੀਂ ਰਿਹਾ ਮਾਇਆ ਵਿੱਚੋਂ। ਕਹਿਣ ਨੂੰ ਦਿਖਾਵਾ ਬੜਾ ਹੈ ਕਿ ਅਸੀਂ ਤਿਆਗੀ ਹਾਂ, ਪਰ ਤਿਆਗ ਨਹੀਂ ਹੁੰਦਾ ਹੈ। ਇਹੋ ਜਿਹੀ ਹਾਲਤ ਹੈ, ਭਜਨ ਕੀਤੇ ਤੋਂ ਬਿਨਾਂ ਕਿੱਥੇ ਤਿਆਗ ਆਉਂਦਾ ਮਨ ਦੇ ਅੰਦਰ। ਮਹਾਰਾਜ ਕਹਿੰਦੇ ਨੇ ਭਾਈ ਨਹੀਂ ਛੁੱਟਦਾ ਹੈ। ਕਿਵੇਂ ਨਹੀਂ ਮਨ ਛੁੱਟਦਾ? ਹਜੂਰ ਨੇ ਪ੍ਰਮਾਣ ਦਿੱਤਾ ਹੈ, ਨਾਨਕ ਮੂਰਤ ਚਿੱਤਰ ਜਿਉਂ। ਜਿਵੇਂ ਮਹਾਰਾਜ ਕਹਿੰਦੇ ਭਾਈ ਚਿੱਤਰਕਾਰੀ ਦੀ ਮੂਰਤ ਜਿਹੜੀ ਤਸਵੀਰ ਹੁੰਦੀ ਹੈ ਕੰਧ ਦੇ ਅੰਦਰ, ਛਾੜਤ ਨਾ ਹਨ ਭੀਤ। ਜਿਵੇਂ ਉਹ ਭੀਤ ਕੰਧ ਨੂੰ ਨਹੀਂ ਛੱਡਦੀ, ਤਿਆਗਦੀ ਨਹੀਂ, ਇਸ ਤਰ੍ਹਾਂ ਮਹਾਰਾਜ ਕਹਿੰਦੇ ਮਾਇਆ ਨੂੰ ਤਿਆਗਦਾ ਨਹੀਂ ਮਨ। ਮਾਇਆ ਦੇ ਅੰਦਰ ਇਹ ਇਸ ਪ੍ਰਕਾਰ ਖੱਚਤ ਹੋਇਆ ਰਹਿੰਦਾ ਹੈ, ਜਾਂ ਮਾਇਆ ਇਹਦੇ ਮਨ ਦੇ ਅੰਦਰ ਜਿਹੜੀ ਆ ਉਹ ਇਸ ਪ੍ਰਕਾਰ ਖੱਚਤ ਹੋਈ ਹੈ ਮੂਰਤ ਦੀ ਨਿਆਈ। ਮਾਇਆ ਰੂਪੀ ਕੰਧ ਦੇ ਵਿੱਚ ਇਹਦਾ ਮਨ ਮੂਰਤ ਦੀ ਨਿਆਈ ਖੱਚਤ ਹੋ ਗਿਆ ਏ। ਨਰ ਚਾਹਤ ਕਛ ਔਰ। ਜਿਹੜਾ ਨਰ ਮਨੁੱਖ ਹੈ, ਸਤਿਗੁਰੂ ਜੀ ਕਹਿੰਦੇ ਚਾਹੁੰਦਾ ਤਾਂ ਕੁਛ ਹੋਰ ਹੈ। ਕੀ ਚਾਹੁੰਦਾ ਹੈ? ਕਿ ਮੌਜਾਂ ਮੇਲੇ ਰਹਿਣ, ਸਦਾ ਖੁਸ਼ੀਆਂ ਖੇੜੇ ਰਹਿਣ, ਜਿੰਨੇ ਮਰਜ਼ੀ ਵਲ ਛਲ ਕਰਾਂ, ਧੋਖੇ ਕਰਾਂ, ਮੈਂ ਸਾਰਿਆਂ ਦੇ ਵਿੱਚ ਬੜਾ ਜ਼ਿਆਦਾ ਮੇਰਾ ਸਤਿਕਾਰ ਹੋਵੇ, ਬੜੀ ਸੰਸਾਰ ਵਿੱਚ ਜੈ ਜੈਕਾਰ ਹੋਵੇ, ਬੜੇ ਪਦਾਰਥ ਮੁੱਕਣ ਹੀ ਨਾ, ਰਾਜਿਆਂ ਵਰਗੀ ਸੋਭਾ ਹੋਵੇ। ਇਹ ਮਹਾਰਾਜ ਕਹਿੰਦੇ ਮਨੁੱਖ ਚਾਹੁੰਦਾ ਹੈ ਤੇ ਵਿਸ਼ੇ ਵਿਕਾਰ ਭੋਗਦਾ ਰਹਿੰਦਾ ਹੈ। ਨਰ ਚਾਹਤ ਕਛ ਔਰ, ਕੁਛ ਹੋਰ ਹੀ ਚਾਹੁੰਦਾ ਹੈ। ਇਹ ਮਰਨਾ ਨਹੀਂ ਚਾਹੁੰਦਾ ਹੈ, ਮੌਤ ਨਹੀਂ ਮੰਗਦਾ ਹੈ, ਮੈਨੂੰ ਮੌਤ ਆਵੇ, ਇੱਛਾ ਹੀ ਨਹੀਂ ਇਹਦੀ, ਚਾਹੁੰਦਾ ਹੀ ਨਹੀਂ। ਪਰ ਜੇ ਇਹ ਨਹੀਂ ਚਾਹੁੰਦਾ ਤੇ ਕਿ ਫਿਰ ਕੀ ਮੌਤ ਆਉਂਦੀ ਨਹੀਂ? ਮਰਨਾ ਜੇ ਕੋਈ ਨਾ ਚਾਹੇ ਤਾਂ ਫਿਰ ਉਹਦੀ ਇੱਛਾ ਮੁਤਾਬਕ ਨਹੀਂ ਨਾ ਹੁੰਦਾ। ਮਹਾਰਾਜ ਕਹਿੰਦੇ ਨਰ ਚਾਹਤ ਕਛ ਔਰ, ਇਹ ਮਨੁੱਖ ਕੁਝ ਹੋਰ ਹੀ ਚਾਹੁੰਦਾ, ਵਿਸ਼ੇ ਵਿਕਾਰ ਭੋਗਦੇ, ਸਦਾ ਮਨ ਵਿੱਚ ਸੋਚਦਾ ਕਿ ਭੋਗਦਾ ਹੀ ਰਹਾ। ਔਰੈ ਕੀ ਔਰੈ ਭਈ। ਪਰ ਹੋਰ ਦੀ ਹੋਰ ਹੀ ਹੋ ਜਾਂਦੀ ਹੈ। ਇਹ ਸੋਚਦਾ ਕੁਝ ਹੋਰ ਹੈ, ਹੋ ਜਾਂਦਾ ਕੁਝ ਹੋਰ। ਕਿਉਂਕਿ ਕੀ ਹੋਰ ਹੁੰਦਾ? ਮੌਤ ਆ ਜਾਂਦੀ ਹੈ। ਇਸ ਪ੍ਰਕਾਰ ਜਿਹੜਾ ਹੈ ਇਹ ਘਰ ਦੀਆਂ ਖੁਸ਼ੀਆਂ ਦੇ ਅੰਦਰ, ਘਰ ਦੇ ਵਿਹਾਰਾਂ ਦੇ ਅੰਦਰ ਇੰਨਾ ਫਸਿਆ ਰਹਿੰਦਾ ਹੈ ਕਿ ਬੀਚਹਿ ਧੂਮਾ ਧਾਮ, ਆਏ ਪਰੇ ਧਰਮ ਰਾਏ ਕਹਿ, ਬੀਚਹਿ ਧੂਮਾ ਧਾਮ। ਧੂਮ ਧੜੱਕਾ ਘਰ ਵਿੱਚ ਪਾਈ ਰੱਖਦੇ ਆ, ਬੜੀਆਂ ਖੁਸ਼ੀਆਂ, ਉੱਧਰ ਚਲੇ ਗਏ, ਇੱਧਰ ਆ ਗਏ, ਫਿਰ ਕੰਮ ਹੀ ਨਹੀਂ ਕਹਿੰਦਾ ਮੇਰੇ ਮੁੱਕਦੇ ਕਦੋਂ ਨਾਮ ਜਪ ਲਾ। ਮਹਾਰਾਜ ਕਹਿੰਦੇ ਭੱਜ ਕੇ ਫਿਰ ਧਰਮ ਰਾਜੇ ਦੇ ਜਿਹੜੇ ਭੇਜੇ ਦੂਤ ਨਾ, ਆਏ ਪਰੇ ਧਰਮ ਰਾਏ ਕਹਿ, ਉਹ ਹੁਕਮ ਦੇ ਬੱਝੇ ਦੌੜ ਕੇ ਫਿਰ ਆਉਂਦੇ ਉਸੇ ਵੇਲੇ। ਤਾਂ ਮਹਾਰਾਜ ਕਹਿੰਦੇ ਬੀਚਹਿ ਧੂਮਾਂ ਧਾਮ, ਜਿਹੜੀਆਂ ਧੂਮ ਧੜੱਕਾ ਪਾਇਆ ਹੁੰਦਾ ਘਰ ਵਿੱਚ, ਖੁਸ਼ੀਆਂ ਖੇੜੇ ਵਿੱਚੋਂ ਹੀ ਉਠਾ ਕੇ ਲੈ ਜਾਂਦੇ ਹੈ। ਕਰਨੋ ਹੁਤੋ ਮਹਾਰਾਜ ਸਾਹਿਬ ਜੀ ਕਹਿੰਦੇ, ਫਿਰ ਪੜੋ ਪੰਕਤੀ। ਚਿਤਵਤ ਰਹਿਓ ਠਗੌਰ। ਪਿਛਲੀ ਪੰਕਤੀ ਪੜੋ ਵਾਹਿਗੁਰੂ। ਨਰ ਚਾਹਤ ਕਛ ਔਰ, ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਚਾਹੁੰਦਾ ਕੁਝ ਹੋਰ ਹੀ, ਕਿ ਸੰਸਾਰ ਵਿੱਚ ਸਦਾ ਜਿਉਂਦਾ ਰਹਾਂ, ਪਰ ਔਰੈ ਕੀ ਔਰੈ ਭਈ। ਹੋਰ ਦੀ ਹੋਰ ਹੀ ਸੱਚੇ ਪਾਤਸ਼ਾਹ ਕਹਿੰਦੇ ਹੋ ਗਈ। ਜਿਸ ਸਮੇਂ ਮੌਤ ਆ ਜਾਂਦੀ ਹੈ, 37ਵੇਂ ਸ਼ਲੋਕ ਤੋਂ ਅੱਗੇ ਚੱਲ ਰਿਹਾ ਨਾ, ਨਰ ਚਾਹਤ ਕਛ ਔਰ, ਨਹੀਂ ਪੰਕਤੀ ਲੱਭੀ? ਨਰ ਚਾਹਤ ਕਛ ਔਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਮਨੁੱਖ ਚਾਹੁੰਦਾ ਕੁਝ ਹੋਰ ਹੈ ਤੇ ਹੋ ਕੁਝ ਹੋਰ ਹੀ ਜਾਂਦਾ ਹੈ। ਔਰੈ ਕੀ ਔਰੈ ਭਈ, ਹੋਰ ਦੀ ਹੋਰ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹੋ ਗਈ।
ਕਿਉਂਕਿ ਸਰੀਰ ਦੇ ਅੰਤ ਦਾ ਸਮਾਂ ਆ ਗਿਆ, ਮੌਤ ਦਾ ਸਮਾਂ ਆ ਗਿਆ। ਮਹਾਰਾਜ ਕਹਿੰਦੇ ਇਹੋ ਜੀ ਹਾਲਤ ਹੋਈ। ਚਿਤਵਤ ਰਹਿਓ ਠਗੌਰ। ਆਪਣੇ ਚਿੱਤ ਵਿੱਚ ਤਾਂ ਠੱਗੀਆਂ ਹੀ ਮਾਰਦਾ ਰਿਹਾ, ਸੰਸਾਰ ਦੇ ਅੰਦਰ ਵਲਛਲ ਫਰੇਬ ਕਰਦਾ ਰਿਹਾ। ਨਾਨਕ ਫਾਸੀ ਗਲ ਪਰੀ। ਮਹਾਰਾਜ ਕਹਿੰਦੇ ਫਾਹੀ ਜਿਹੜੀ ਸੀ ਫਿਰ ਗਲ ਵਿੱਚ ਪੈ ਗਈ। ਇਹੋ ਜੀ ਹਾਲਤ ਹੋਈ। ਮੌਤ ਦਾ ਫਾਹਾ ਗਲ ਵਿੱਚ ਆ ਕਰਕੇ ਪੈ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹਜ਼ੂਰ ਦਾ ਇਹ ਪਵਿੱਤਰ ਉਪਦੇਸ਼ ਹਿਰਦੇ ਵਿੱਚ ਵਸੇ। ਅੱਜ 38 ਸ਼ਲੋਕ ਹੋਏ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ। ਸਤਿਗੁਰੂ ਗਰੀਬ ਨਿਵਾਜ ਜੀ ਦਾ ਅੰਮ੍ਰਿਤਮਈ ਬੈਰਾਗਮਈ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਾਉ ਨਿਦ ਆਵੈ ਧਾਇ, ਘਰ ਨਾਉ ਨਿਦ ਆਵੈ ਧਾਇ। ਘਰ ਨਾਉ ਨਿਦ ਆਵੈ ਧਾਇ, ਘਰ ਨਾਉ ਨਿਦ ਆਵੈ ਧਾਇ। ਸਭ ਥਾਈਂ ਹੋਏ ਸਹਾਇ, ਸਭ ਥਾਈਂ ਹੋਏ ਸਹਾਇ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।